ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਵਿਅੰਗ। ਜਰਮਨੀ ਤੋਂ ਇੱਕ ਬੀਬੀ ਅੰਜਲਾ, ਜਿਸ ਦਾ ਨਾਮ ਸੀ, ਸਿੱਖ ਧਰਮ ਦੀ PhD ਕਰਨ ਵਾਸਤੇ ਭਾਰਤ, ਪੰਜਾਬ ਤੇ ਫਿਰ ਸਾਡੇ ਘਰ ਪਿੰਡ ਘੱਗਾ ਵਿਖੇ ਆ ਪਹੁੰਚੀ। ਇਸ ਬਾਰੇ ਪੂਰਾ ਵੇਰਵਾ ਮੇਰੀ ਕਿਤਾਬ ਸੰਸਾਰ ਦਾ ਚੋਣਵਾਂ ਸਾਖੀ ਸਾਹਿਤ ਭਾਗ ਦੂਜਾ ਵਿੱਚ ਮੈਂ ਪਾਇਆ ਹੋਇਆ, ਉੱਥੋਂ ਪੜ੍ਹਿਆ ਜਾ ਸਕਦਾ ਹੈ। ਸਾਡੇ ਘਰ ਆ ਕੇ ਇਸ ਬੀਬੀ ਨੇ ਅਛੂਤ ਪਰਿਵਾਰਾਂ ਨੂੰ ਨੇੜਿਓਂ ਵੇਖਣ ਦੀ ਇੱਛਾ ਜਤਾਈ। ਮੈਂ ਤੇ ਮੇਰੀ ਜੀਵਨ ਸਾਥਣ ਇਸ ਨੂੰ ਨਾਲ ਲੈ ਕੇ ਮੂੰਹ ਮਲਾਜੇ ਵਾਲੇ ਰਵਦਾਸੀਏ ਅਤੇ ਮਜ਼੍ਹਬੀ ਸਿੱਖਾਂ ਦੇ ਘਰ ਲੈ ਕੇ ਗਏ। ਅਸੀਂ ਬਿਨਾਂ ਦੱਸੇ ਅਚਨਚੇਤੀ ਗਏ ਸਾਂ। ਉਹਨਾਂ ਵਿਚਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਕਿ ਆਹ ਇੱਕ ਗੋਰੀ ਸਮੇਤ 4-5 ਜਣੇ ਸਾਡੇ ਗਰੀਬਾਂ ਦੇ ਘਰ ਕਿਉਂ ਆਏ ਨੇ। ਬਹਿਣ ਖਲੋਣ ਨੂੰ ਵੀ ਉਹਨਾਂ ਦੇ ਪੂਰੀ ਥਾਂ ਨਹੀਂ ਹੁੰਦੀ। ਫਿਰ ਚਾਹ ਪਾਣੀ ਕਿਵੇਂ ਪਿਆਈਏ। ਸਾਡੇ ਘਰ ਦਾ ਕੁਝ ਪ੍ਰਵਾਨ ਕਰਨਗੇ ਕਿ ਨਹੀਂ, ਭਾਵ ਕਿ ਉੱਚੀ ਜਾਤ ਵਾਲੇ ਲੋਕ ਤਾਂ ਇਹਨਾਂ ਛੋਟੀ ਜਾਤ ਵਾਲਿਆਂ ਦੇ ਘਰਾਂ 'ਚ ਕੁਝ ਖਾਂਦੇ ਪੀਂਦੇ ਵੀ ਨਹੀਂ ਹਨ। ਇਹ ਛੂਤ ਛਾਤ ਦਾ ਭਰਮ ਸਾਡੇ ਅੰਦਰ ਤੱਕ ਧੱਸਿਆ ਪਿਆ। ਬਿਠਾਈਏ ਕਿੱਥੇ? ਕੁਰਸੀ ਤਾਂ ਘਰ ਵਿੱਚ ਹੈ ਹੀ ਕੋਈ ਨਹੀਂ, ਟੁੱਟੇ ਹੋਏ ਮੰਜੇ 'ਤੇ ਹੀ ਸਹੀ। ਖੈਰ, ਕੱਚੀਆਂ ਨਾਲੀਆਂ ਵਿੱਚ ਵਗਦਾ ਬਦਬੂ ਮਾਰਦਾ ਪਾਣੀ। ਕਿਸੇ ਘਰ ਚੁੱਲ੍ਹੇ ਦੇ ਨੇੜੇ ਹੀ ਬੱਕਰੀ ਵੱਝੀ ਹੋਈ ਹੈ, ਕਿਸੇ ਦੇ ਗਾਂ ਵਿੱਚੇ ਮੁਰਗੀਆਂ ਕੁੜਕੁੜ ਕਰਦੀਆਂ ਘੁੰਮ ਰਹੀਆਂ ਹਨ। ਇੱਕ ਖੂੰਜੇ ਵਿੱਚ ਚੁੱਲ੍ਹਾ ਚੌਂਤਰਾ, ਦੂਸਰੇ ਪਾਸੇ ਮੰਜਾ ਟੇਢਾ ਕਰਕੇ ਬਾਥਰੂਮ ਬਣਾਇਆ ਜਾਂਦਾ ਹੈ। ਬਹੁਤ ਗਰੀਬੀ ਦੀ ਹਾਲਤ ਦੇ ਵਿੱਚ ਉਹ ਜ਼ਿੰਦਗੀ ਬਿਤਾ ਰਹੇ ਨੇ। ਜਿਨ੍ਹਾਂ ਪਰਿਵਾਰਾਂ ਨੇ ਚਾਹ ਬਣਾਈ, ਅਸੀਂ ਥੋੜ੍ਹੀ ਜਿਹੀ ਝਿਜਕ ਨਾਲ ਪੀ ਲਈ, ਪਰ ਅੰਜਲਾ ਨੂੰ ਚਾਹ ਪੀਣ ਤੋਂ ਕੋਈ ਝਿਜਕ ਨਹੀਂ ਸੀ। ਅੰਜਲਾ ਨੇ ਜਿੰਨੀ ਕੁ ਪੰਜਾਬੀ ਉਹ ਬੋਲ ਸਕਦੀ ਸੀ, ਉਹਨਾਂ ਤੋਂ ਖੁਦ ਕਈ ਤਰ੍ਹਾਂ ਦੇ ਸਵਾਲ ਪੁੱਛੇ। ਬਾਕੀ ਦੁਭਾਸ਼ੀਏ ਰਾਹੀਂ ਪੁੱਛਦੀ ਦੱਸਦੀ ਰਹੀ। ਕਈ ਘਰਾਂ ਵਿੱਚ ਜਾਇਜ਼ਾ ਲੈ ਕੇ ਅਸੀਂ ਵਾਪਸ ਆ ਗਏ। ਘਰ ਆ ਕੇ ਸਾਨੂੰ ਪਰਿਵਾਰ ਨੂੰ ਕੋਲ ਬਿਠਾ ਕੇ ਉਸਨੇ ਅਤਿਅੰਤ ਗਮ ਅਤੇ ਗੁੱਸੇ ਵਿੱਚ ਸਾਨੂੰ ਸੰਬੋਧਨ ਹੋ ਕੇ ਆਖਿਆ, ਤੁਹਾਡਾ ਸਿੱਖਾਂ ਦਾ ਕਦੀ ਭਲਾ ਨਹੀਂ ਹੋਣਾ। ਅੱਜ ਜਾਂ ਕੱਲ੍ਹ ਤੁਹਾਡਾ ਬੇੜਾ ਡੁੱਬਣਾ ਹੀ ਡੁੱਬਣਾ ਹੈ ਵੀਰ ਮੇਰਿਓ, ਤੁਹਾਡਾ ਬੇੜਾ ਡੁੱਬ ਜਾਣਾ। ਮੈਂ ਸਿਰਫ ਅੱਜ ਇੱਕ ਦਿਨ ਵਾਸਤੇ ਇਹਨਾਂ ਦੀ ਮੰਦੀ ਹਾਲਤ ਵੇਖ ਕੇ ਆਈ ਹਾਂ। ਕਈ ਮਹੀਨਿਆਂ ਤੱਕ ਸ਼ਾਇਦ ਮੈਂ ਸ਼ਾਂਤ ਨਾ ਹੋ ਸਕਾਂ। ਵੈਸੇ ਮੇਰੀ ਸਾਰੀ ਉਮਰ ਇਹਨਾਂ ਦੀ ਦੁਖਦਾਈ ਜ਼ਿੰਦਗੀ ਨੂੰ ਭੁਲਾ ਨਹੀਂ ਸਕੇਗੀ। ਤੁਸੀਂ ਲੋਕ ਕਿੰਨੇ ਪੱਥਰ ਦਿਲ ਹੋ। ਤੁਹਾਡੇ ਆਲੇ ਦੁਆਲੇ ਦੇ ਮਨੁੱਖ ਜਾਨਵਰਾਂ ਨਾਲੋਂ ਭੈੜੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਤੁਹਾਡੇ ਆਲੇ ਦੁਆਲੇ ਭੁੱਖੇ, ਨੰਗੇ, ਲਾਚਾਰ, ਗਰੀਬ, ਅਨਪੜ੍ਹ, ਬਿਮਾਰ, ਕਮਜ਼ੋਰ ਇਨਸਾਨ ਰਹਿ ਰਹੇ ਹਨ। ਇਹਨਾਂ ਦੁਖਿਆਰੇ ਲੋਕਾਂ ਵਿੱਚ ਤੁਸੀਂ ਖੁਸ਼ ਕਿਵੇਂ ਰਹਿ ਸਕਦੇ ਹੋ? ਮੈਂ ਪੜ੍ਹਿਆ ਸੀ ਗੁਰਬਾਣੀ ਸਰਬੱਤ ਦਾ ਭਲਾ ਕਰਨ ਦਾ ਉਪਦੇਸ਼ ਕਰਦੀ ਹੈ। ਕੀ ਸਰਬੱਤ ਵਿੱਚ ਇਹ ਗਰੀਬ ਨਹੀਂ ਆਉਂਦੇ? ਤੁਹਾਡੇ ਪਿੰਡ ਵਿੱਚ 4 ਗੁਰਦੁਆਰੇ ਨੇ, ਕਈ ਧਨਵਾਨ ਲੋਕ ਹਨ। ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਕਿਸੇ ਨੇ ਕਦੀ 2 ਪੈਸੇ ਖਰਚੇ ਹਨ? ਕੀ ਤੁਸੀਂ ਇਹਨਾਂ ਦੇ ਵਿਆਹ ਵਕਤ ਵਿੱਚ ਸ਼ਾਮਲ ਹੋ ਕੇ ਬੱਚਿਆਂ ਨੂੰ ਕੋਈ ਤੋਹਫਾ ਦਿੱਤਾ ਹੈ? ਕਦੀ ਕਿਸੇ ਬਿਮਾਰ ਦੀ ਇਲਾਜ ਵਾਸਤੇ ਸਹਾਇਤਾ ਕੀਤੀ ਹੈ? ਕਦੇ ਕਿਸੇ ਵਿਧਵਾ ਬੀਬੀ ਦੀ ਜਾਂ ਯਤੀਮ ਬੱਚਿਆਂ ਦੀ ਮਦਦ ਲਈ ਅੱਗੇ ਆਏ ਹੋ? ਤੁਸੀਂ ਲੋਕ ਸਿੱਖ ਨਹੀਂ ਹੋ, ਤੁਸੀਂ ਮਕਾਰ ਹੋ, ਤੁਸੀਂ ਧੋਖੇਬਾਜ਼ ਹੋ, ਤੁਸੀਂ ਸਿੱਖ ਧਰਮ 'ਤੇ ਕਲੰਕ ਹੋ। ਬੀਬੀ ਅੰਜਲਾ ਭੁੱਬਾਂ ਮਾਰ ਕੇ ਰੋ ਪਈ। ਅਸੀਂ ਸਾਰਾ ਪਰਿਵਾਰ ਪੱਥਰ ਬਣੇ ਬੈਠੇ ਸਾਂ। ਸਾਨੂੰ ਗਰਕ ਹੋਣ ਲਈ ਧਰਤੀ ਵੇਲ ਨਹੀਂ ਸੀ ਦੇ ਰਹੀ। ਸਾਨੂੰ ਉਸਨੇ ਮਾਨੋ ਕੱਖੋਂ ਹੌਲੇ ਕਰ ਛੱਡਿਆ ਸੀ। ਮੈਂ ਮਨ ਕਰੜਾ ਕਰਕੇ ਇੰਨਾ ਹੀ ਕਿਹਾ, ਬੀਬੀ, ਇੰਨਾ ਵੱਡਾ ਕਾਰਜ ਅਸੀਂ ਇਕੱਲਾ ਪਰਿਵਾਰ ਕਿਵੇਂ ਕਰ ਸਕਦੇ ਹਾਂ, ਜਦੋਂ ਕਿ ਸਾਡੀ ਇਨਕਮ ਵੀ ਗੁਜ਼ਾਰੇ ਜੋਗੀ ਹੀ ਹੈ। ਇਸ ਬਾਰੇ ਅਸੀਂ ਬੋਲਾਂਗੇ, ਲੇਖ ਲਿਖਾਂਗੇ, ਜਿੰਨਾ ਹੋ ਸਕਿਆ ਕੰਮ ਕਰਾਂਗੇ। ਸ਼ਾਮ ਨੂੰ ਉਦਾਸੀ ਜਹੀ ਵਿੱਚ ਖਾਣਾ ਖਾ ਕੇ ਸਾਰੇ ਸੌਂ ਗਏ। ਅਗਲੇ ਦਿਨ ਸਵੇਰੇ ਉੱਠ ਕੇ ਅੰਜਲਾ ਨੇ ਪੁੱਛਿਆ, ਤੁਸੀਂ ਗੁਰਦੁਆਰੇ ਗਏ ਸੀ? ਨਿਤਨੇਮ ਕੀਤਾ ਸੀ? ਕੀਰਤਨ ਸੁਣਿਆ ਸੀ? ਸੇਵਾ ਕੀਤੀ ਸੀ? ਮੈਂ ਕਿਹਾ, ਅਸੀਂ ਗੁਰਦੁਆਰੇ ਨਹੀਂ ਗਏ, ਘਰ ਵਿੱਚ ਹੀ ਪਾਠ ਕਰ ਲਿਆ ਸੀ। ਉਹ ਕਹਿਣ ਲੱਗੀ, ਫਿਰ ਸਿੱਖੀ ਕਿਵੇਂ ਬਚੇਗੀ? ਮੈਂ ਪਿਆਰ ਨਾਲ ਆਖਿਆ, ਮੇਰੀ ਪਿਆਰੀ ਭੈਣ, ਸਿੱਖੀ ਤਾਂ ਗੁਰਦੁਆਰੇ ਵਿੱਚ ਵੀ ਨਹੀਂ ਰਹੀ। ਜੇ ਗੁਰਦੁਆਰੇ ਵਿੱਚ ਸਿੱਖੀ ਹੁੰਦੀ ਤਾਂ ਉੱਥੋਂ ਸਾਰੇ ਪਿੰਡ ਨੂੰ ਸਿੱਖੀ ਮਿਲਦੀ। ਜਿਹੜੀ ਦੁਰਗਤ ਆਪਾਂ ਕੱਲ੍ਹ ਉਹਨਾਂ ਗਰੀਬਾਂ ਦੇ ਘਰ ਵੇਖ ਕੇ ਆਏ ਹਾਂ, ਇਹ ਫਿਰ ਨਾ ਹੁੰਦੀ।
ਜੋ ਕੁਝ ਤੂੰ ਗੁਰਮਤ ਬਾਰੇ ਪੜ੍ਹਿਆ ਤੇ ਸੁਣਿਆ ਹੈ ਉਹ ਹੁਣ ਇੱਕ ਸੁਪਨਾ ਬਣ ਗਿਆ ਹੈ। ਸਿੱਖਾਂ ਦਾ ਅਸਲੀ ਜੀਵਨ ਪੂਰੀ ਤਰ੍ਹਾਂ ਨਿੱਘਰ ਚੁੱਕਿਆ ਹੈ। ਅਸੀਂ ਸਾਰੇ ਭਰਾ ਤੈਨੂੰ ਵਚਨ ਦਿੰਦੇ ਹਾਂ ਕਿ ਸਾਰੀ ਉਮਰ ਸਿੱਖੀ ਅਸੂਲਾਂ ਮੁਤਾਬਕ ਜੀਵਨ ਬਤੀਤ ਕਰਾਂਗੇ। ਪਰਿਵਾਰ ਅਤੇ ਸਮਾਜ ਨੂੰ ਇਹੀ ਗੁਰਮਤ ਦਾ ਉਪਦੇਸ਼ ਕਰਦੇ ਰਹਾਂਗੇ। ਕਿਸੇ ਨੂੰ ਡੰਡੇ ਦੇ ਜ਼ੋਰ ਤਾਂ ਅਸੀਂ ਮਨਾ ਨਹੀਂ ਸਕਦੇ, ਪ੍ਰੇਰਨਾ ਪਿਆਰ ਭਰੇ ਤਰੀਕੇ ਨਾਲ ਉਹ ਕਰਦੇ ਰਹਾਂਗੇ। ਬਹੁਤ ਲੰਮੇ ਸਮੇਂ ਤੱਕ ਸਾਡੇ ਸਾਰੇ ਪਰਿਵਾਰ ਦਾ ਮਨ ਉਦਾਸ ਰਿਹਾ, ਗਮਗੀਨ ਹਾਲਤ ਵਿੱਚ ਵਿਚਰਦੇ ਰਹੇ। ਉਹ ਵੀ ਅੰਜਲਾ ਬੀਬੀ ਵੀ ਬਹੁਤ ਉਦਾਸੀ ਦੇ ਨਾਲ ਸਾਰਾ ਦਿਨ ਸਾਡੇ ਕੋਲ ਰਹੀ। ਇੱਕ ਪੂਰਾ ਦਿਨ ਸਾਡੇ ਨਾਲ ਕੋਈ ਬਹੁਤੀ ਗੱਲਬਾਤ ਨਾ ਕੀਤੀ, ਅੰਦਰ ਕਮਰੇ 'ਚ ਬੈਠੀ ਉਹ ਕਿਤਾਬਾਂ ਹੀ ਪੜ੍ਹਦੀ ਰਹੀ ਅਤੇ ਸਿੱਖ ਪੰਥ ਦੇ ਭਵਿੱਖ ਬਾਰੇ ਆਪਣੇ ਮਨ ਦੇ ਵਿੱਚ ਉਹ ਕੀ ਬਲਬਲੇ ਜੋ ਲੈ ਕੇ ਆਈ ਸੀ ਉਹਨਾਂ ਦਾ ਅੰਦਰ ਵੈਰਾਗ ਵਹਾਉਂਦੀ ਰਹੀ। ਇਹਦੇ ਬਾਰੇ ਪੂਰੀ ਤਰ੍ਹਾਂ ਤਾਂ ਦੱਸਿਆ ਨਹੀਂ ਜਾ ਸਕਦਾ, ਪਰ ਉਸ ਨੂੰ ਇਹ ਸਾਰੀ ਘਟਨਾ ਚੱਕਰ ਵੇਖ ਕੇ ਬਹੁਤ ਉਦਾਸੀ ਹੋਈ। ਨਹੀਂ ਤਾਂ ਕਿਸੇ ਜ਼ਮਾਨੇ 'ਚ ਲੋਕੀ ਸਿੱਖ ਬਣਨ ਵਾਸਤੇ ਉਤਾਵਲੇ ਹੁੰਦੇ ਸਨ ਅਤੇ ਅੱਜ ਸਿੱਖਾਂ ਦੀਆਂ ਕਰਤੂਤਾਂ ਵੇਖ ਕੇ ਉਹ ਸਿੱਖੀ ਤੋਂ ਮੂੰਹ ਮੋੜ ਰਹੇ ਨੇ। ਕਦੀ ਇਸ ਪਾਸੇ ਸਾਡੇ ਮੁਖੀ ਧਿਆਨ ਦੇਣਗੇ? ਸ਼ਾਇਦ ਅੱਜ ਤੱਕ ਤਾਂ ਨਹੀਂ ਦੇ ਸਕੇ, ਅੱਗੋਂ ਸ਼ਾਇਦ ਕਦੀ ਕੋਈ ਚੰਗਾ ਸਮਾਂ ਆ ਜਾਵੇ। ਆਖੋ ਸਤਨਾਮ।